ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦਾ ਕਿ ਸਾਰੇ ਸਾਥੀ ਆ ਜਿਹੜੇ ਠੀਕ ਠਾਕ ਹੋਣਗੇ। ਕਈ ਸਵਾਲ ਸੀਗੇ ਅੱਜ ਵਾਲੀ ਹੀਰਿੰਗ ਨੂੰ ਲੈ ਕੇ, ਉਹਨੂੰ ਕਿਵੇਂ ਡਿਫੈਂਡ ਕੀਤਾ ਗਿਆ, ਅਤੇ ਇੱਕ 18-20 ਵਾਲੇ ਸਾਥੀਆਂ ਦਾ ਮੈਸੇਜ ਆ ਰਿਹਾ ਸੀਗਾ। ਉੱਪਰ ਵੀਰ ਸੇਵਕ ਵੀਰੇ ਨੇ ਵੀ ਭੇਜਿਆ ਹੈਗਾ ਮੈਨੂੰ, ਹੋਰ ਵੀ ਬੜੇ ਮੈਸੇਜ ਆਏ ਹੋਏ ਆ ਸਿੰਪਲ ਦੇ ਵਿੱਚ, ਸਭ ਦੇ ਰਿਪਲਾਈ ਕਰੂੰਗਾ ਵੀਰੇ। ਪਹਿਲਾਂ ਤਾਂ ਜੇ ਆਪਾਂ ਉਸ ਦੀ ਜਿਹੜੇ ਕੇਸ ਦੀ ਗੱਲ ਕਰੀਏ, ਜਿਹਦੀ ਅੱਜ ਸੁਣਵਾਈ ਸੀ 139 ਨੰਬਰ ਦੇ ਉੱਤੇ ਮਹਾਂਵੀਰ ਸੰਧੂ ਦੀ ਫਸਟ ਬੈਂਚ ਦੇ ਉੱਤੇ, ਅਤੇ ਉਹ ਆ ਜਿਹੜਾ ਕੇਸ ਕੱਲ੍ਹ ਫਾਈਲ ਹੋਇਆ ਸੀਗਾ ਸਹੀ 1 ਵਜੇ ਦੇ ਕਰੀਬ ਆਪਣਾ ਹਾਈ ਕੋਰਟ ਦੇ ਵਿੱਚ ਫਾਈਲ ਹੋਇਆ ਸੀ। ਅਤੇ ਸਾਨੂੰ ਪਹਿਲਾਂ ਹੀ ਪਤਾ ਸੀਗਾ ਵੀ ਇਸ ਤਰ੍ਹਾਂ ਦਾ ਕੋਈ ਕੇਸ ਲੱਗਣਾ ਗਾ, ਜਿਹਦੇ ਕਰਕੇ ਅਸੀਂ ਐਕਟਿਵ ਸੀਗੇ ਅਤੇ ਕਈ ਦਿਨ ਹੋ ਚੁੱਕੇ ਸੀ ਅਸੀਂ ਚੰਡੀਗੜ੍ਹ ਹੀ ਸੀ, ਹਾਈ ਕੋਰਟ 'ਚ ਹੀ ਸੀਗੇ। ਅਤੇ ਕੱਲ੍ਹ ਜਿਹੜਾ ਗਾ ਜਦੋਂ ਇਹ ਕੇਸ ਆ ਜਿਹੜਾ ਫਾਈਲ ਹੋਇਆ ਤਾਂ ਲਗਭਗ 2 ਵਜੇ ਦੇ ਕਰੀਬ ਸਾਨੂੰ ਉਹਦਾ ਨੰਬਰ ਮਿਲ ਚੁੱਕਿਆ ਸੀ, ਅਤੇ ਅਸੀਂ ਜਿਹੜਾ ਕੇਸ ਦੀ ਸਾਰੀ ਫਾਈਲ ਕਢਵਾ ਲਈ ਸੀਗੀ। ਅਤੇ ਉਸ ਤੋਂ ਬਾਅਦ ਉਸਨਾਂ ਦੀ ਫਾਈਲ ਨੂੰ ਲੈ ਕੇ ਉਸ ਤਰੀਕੇ ਦੀ ਤਿਆਰੀ ਕੀਤੀ ਉਹਨਾਂ ਨੂੰ ਡਿਫੈਂਡ ਕਰਨ ਦੇ ਲਈ। ਸਾਡੇ ਵੱਲੋਂ ਜਿਹੜਾ ਉਸ ਤੋਂ ਬਾਅਦ ਪੂਰੀ ਐਕਟਿਵ ਹੋ ਕੇ ਜਿਹੜਾ ਆਪਣੇ ਐਡਵੋਕੇਟ ਸਾਹਿਬ ਜਿਹੜੇ ਹੈਗੇ ਉਹਨਾਂ ਦਾ ਕੰਟੈਕਟ ਕੀਤਾ ਗਿਆ, ਮਿਲਿਆ ਗਿਆ, ਜਿਹਦੇ ਵਿੱਚ ਆਪਣੇ ਮੇਨ ਆਗੂ ਜਰਨੈਲ ਜੀ, ਨਿਰਮਲ ਜੀਰਾ ਜੀ, ਰਾਜ ਸੁਖਵਿੰਦਰ ਜੀ ਅਤੇ ਹੋਰ ਜਿਹੜੇ ਆ 1-2 ਸਾਥੀ ਸਨ। ਅਤੇ ਕਾਫੀ ਕੁਝ ਸੀ ਉਹਦੇ ਵਿੱਚ, ਤੁਹਾਨੂੰ ਸਭ ਨੂੰ ਪਤਾ ਲੱਗ ਗਿਆ ਹੋਣਾ ਕੇਸ ਦੇ ਬਾਰੇ। ਸ਼ੁਰੂ ਦੇ ਵਿੱਚ ਜਿਹੜਾ ਗਾ 2364 ਦੀ ਗੱਲ ਕੀਤੀ ਹੋਊ, ਅਤੇ ਉਸ ਤਰੀਕੇ ਨਾਲ ਆਪਾਂ ਨੇ ਹੈਂਡਲ ਆ ਜਿਹੜਾ ਕਰ ਲਿਆ ਸੀ। ਸਾਰੀ ਰਾਤ ਲਗਭਗ ਇਸ ਦੇ ਉੱਤੇ ਮੈਟਰ ਦੇ ਉੱਤੇ ਕੰਮ ਕਰਦੇ ਰਹੇ ਵੀ ਹੁਣ ਆ ਜਿਹੜਾ ਇਸ ਦੇ ਉੱਤੇ ਆਪਾਂ ਨੇ ਕੋਈ ਸਟੇ ਨਹੀਂ ਆਉਣ ਦੇਣਾ ਹੈਗਾ, ਕਿਉਂਕਿ ਡਰ ਸੀਗਾ, ਕਿਉਂਕਿ 2364 ਦਾ ਹਵਾਲਾ ਜਿਹੜਾ ਗਾ ਆਪਣੇ ਜਿਹੜਾ ਅਦਰ ਪਾਰਟੀ ਦੇ ਵੱਲੋਂ, ਦੂਸਰੀ ਪਾਰਟੀ ਦੇ ਵੱਲੋਂ ਦਿੱਤਾ ਗਿਆ ਸੀਗਾ। ਪਰ ਜਿਹੜਾ ਗਾ ਕਾਫੀ ਹੱਦ ਤੱਕ ਆਪਾਂ ਨੇ ਉਸ ਚੀਜ਼ ਦਾ ਹੱਲ ਆ ਜਿਹੜਾ ਉਹ ਲੱਭ ਲਿਆ ਸੀਗਾ। ਅਤੇ ਆਪਣੇ ਵੱਲੋਂ ਜਿਹੜੇ ਐਡਵੋਕੇਟ ਅਸੀਂ ਰਾਤੋਂ ਰਾਤ ਕਰ ਲਏ ਸੀ, ਉਹ ਸੀਗੇ ਆਪਣੇ ਕਪਿਲ ਕੱਕੜ ਜੀ ਅਤੇ ਅਭਿਸ਼ੇਕ ਸਿੰਗਲਾ ਜੀ ਅਤੇ ਹਰਅਵਤਾਰ ਸੈਣੀ ਜੀ, ਜਿਹੜੇ ਆਪਣੇ ਐਡਵੋਕੇਟ ਸੀ। ਉਹ ਅਸੀਂ ਰਾਤੋਂ ਰਾਤ ਉਹਨਾਂ ਨੂੰ ਪੂਰੀ ਤਿਆਰੀ ਕਰਵਾਈ ਇਸ ਕੇਸ ਦੇ ਨਾਲ ਸੰਬੰਧਿਤ। ਅਤੇ ਅੱਜ ਜਦੋਂ ਜਿਹੜੀ ਆ ਸੁਣਵਾਈ ਹੋਈ ਲਗਭਗ 11:30 11:15 ਦੇ ਕਰੀਬ, ਕਈ ਸਾਥੀਆਂ ਦੇ ਵੱਲੋਂ ਮੈਸੇਜ ਵੀ ਪਾਇਆ ਗਿਆ ਸੀ, ਅਦਰ ਪਾਰਟੀ ਦੇ ਵੱਲੋਂ ਕਿਹਾ ਗਿਆ ਸੀਗਾ ਵੀ ਜਿਹੜਾ ਐਡਵੋਕੇਟ ਸਾਹਿਬ ਤਾਂ ਅੰਦਰ ਜਾਣਗੇ ਪਰ ਉਹ ਤਰੀਕ ਦੀ ਮੰਗ ਕਰਨਗੇ, ਕਿਸੇ ਤਰ੍ਹਾਂ ਦੀ ਕੋਈ ਸਟੇ ਦੀ ਜਿਹੜਾ ਉਹ ਮੰਗ ਨਹੀਂ ਕਰਨਗੇ। ਪਰ ਜਦੋਂ ਮੈਂ ਜਰਨੈਲ ਨਾਗਰਾ ਜੀ ਅਤੇ ਲਾਡੀ ਜੀ ਉੱਥੇ ਜਿਹੜਾ ਹੀਰਿੰਗ ਦੇ ਸਮੇਂ ਉੱਥੇ ਮੌਜੂਦ ਸਨ ਅੰਦਰ 29 ਨੰਬਰ ਕੋਰਟ ਦੇ ਵਿੱਚ, ਅਤੇ ਵਿਕਾਸ ਚਤਰਥ ਜੀ ਵੱਲੋਂ ਜਿਹੜਾ ਹੀਰਿੰਗ ਦੇ ਵਿੱਚ ਸ਼ੁਰੂਆਤੀ ਜਿਹੜਾ ਸ਼ੁਰੂ ਕੀਤਾ ਗਿਆ ਉਹ ਇੱਥੋਂ ਸ਼ੁਰੂ ਕੀਤਾ ਗਿਆ ਵੀ ਜਿਹੜੇ ਅਨਇੰਪਲਾਈਡ ਯੂਥ ਹੁੰਦਾ ਗਾ ਉਹ ਧਰਨੇ ਲਾ ਕੇ ਪੰਜਾਬ ਸਰਕਾਰ ਤੋਂ ਰੂਲ ਬਣਾ ਲੈਂਦੀ ਹੈਗੀ, ਅਤੇ ਉਸ ਤੋਂ ਬਾਅਦ ਜਿਹੜਾ ਉਹ ਰੂਲਾਂ ਦੇ ਕਰਕੇ ਜਿਹੜੀ ਭਰਤੀ ਆ ਇੱਕ 2364 ਜਿਹੜੀ ਆ ਉਹ ਹੋਈ ਸੀ, ਕੁਐਸ਼ ਹੋਈ ਸੀ। ਇਸ ਤਰੀਕੇ ਦੀ ਮਤਲਬ ਕਿ ਪ੍ਰੀਵੀਅਸ ਕੰਟੈਂਟ ਦੇ ਕੇ ਜਿਹੜਾ ਸ਼ੁਰੂ ਕੀਤਾ ਗਿਆ, ਜਿਹਦਾ ਮੇਨ ਬੇਸ ਸੀਗਾ ਇਹਨਾਂ ਨੇ ਕਿਹਾ ਸੀ ਵੀ ਡਬਲ ਰਜਿਸਟ੍ਰੇਸ਼ਨ ਦੇ ਕਰਕੇ ਜਿਹੜਾ ਇਹਨਾਂ ਕੈਂਡੀਡੇਟਸ ਨੂੰ ਕਾਫੀ ਲੋਸ ਹੋਇਆ ਗਾ, ਪਟੀਸ਼ਨਰਸ ਨੂੰ। ਇਸ ਦੇ ਉੱਤੇ ਸਟੇ ਦੀ ਮੰਗ ਕੀਤੀ ਗਈ, ਪਰ ਆਪਣੇ ਉੱਥੇ ਕਪਿਲ ਕੱਕੜ ਜੀ ਵੀ ਜਿਹੜੇ ਹੈਗੇ ਮੌਜੂਦ ਸੀਗੇ, ਉਹਨਾਂ ਦੇ ਦੁਆਰਾ ਜਿਹੜਾ ਗਾ ਉਸ ਚੀਜ਼ ਨੂੰ ਚੰਗੇ ਢੰਗ ਦੇ ਨਾਲ ਜਿਹੜਾ ਗਾ ਡਿਫੈਂਡ ਕੀਤਾ ਗਿਆ। ਅਤੇ ਉਸ ਤੋਂ ਬਾਅਦ ਮਤਲਬ ਕਿ ਕਾਫੀ 3 ਵਾਰ ਜਿਹੜਾ ਗਾ ਇਹਨਾਂ ਨੇ ਸਟੇ ਦੀ ਮੰਗ ਕੀਤੀ, ਪਰ ਐਟ ਏ ਟਾਈਮ ਜਿਹੜੇ ਆਪਣੇ ਕਪਿਲ ਕੱਕੜ ਜੀ, ਹਰਅਵਤਾਰ ਸੈਣੀ ਜੀ ਅਤੇ ਅਭਿਸ਼ੇਕ ਸਿੰਗਲਾ ਜੀ, ਅਤੇ ਉਹ ਜਿਹੜਾ ਗਾ ਮੌਕਾ ਸੰਭਾਲਦੇ ਰਹੇ ਅਤੇ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਸਟੇ ਆ ਉਹ ਨਹੀਂ ਆਉਣ ਦਿੱਤਾ। ਤਾਂ ਜਿਹੜੀ ਆ ਉਹ ਬੜੀ ਵਧੀਆ ਗੱਲ ਆ, ਹੈ ਨਾ। ਪਰ ਜਿਹੜਾ ਗਾ ਇਹਨਾਂ ਨੂੰ ਕਿਹਾ ਗਿਆ ਸੀ, ਜਦੋਂ ਵਿਕਾਸ ਚਤਰਥ ਜੀ ਨੂੰ ਲੱਗਿਆ ਵੀ ਕਿਸੇ ਤਰ੍ਹਾਂ ਦਾ ਜਿਹੜਾ ਜੱਜ ਨੇ ਸਟੇ ਦੇਣ ਤੋਂ ਇਨਕਾਰ ਕਰ ਦਿੱਤਾ, ਤਾਂ ਇਹਨਾਂ ਨੇ ਕਿਹਾ ਵੀ ਜਿਹੜੀ ਆਪਣੇ ਜੁਆਇਨਿੰਗ ਲੈਟਰ ਆ ਗਏ ਵੀ ਉਹ ਨਾ ਦਿੱਤੇ ਜਾਣ, ਤਾਂ ਉਹਨਾਂ ਦੇ ਉੱਤੇ ਵੀ ਜੱਜ ਨੇ ਇਨਕਾਰ ਕਰ ਦਿੱਤਾ। ਅਤੇ ਫਿਰ ਕਿਹਾ ਗਿਆ ਵੀ ਇਹਨਾਂ ਵੱਲੋਂ ਵਿਕਾਸ ਚਤਰਥ ਜੀ ਵੱਲੋਂ ਕਹਿੰਦੇ ਜੀ ਜਿਹੜੀ ਆਪਣੀ ਭਰਤੀ ਹੈਗੀ ਉਹ ਅੰਡਰ ਟੂ ਪਟੀਸ਼ਨ ਰੱਖ ਦਿਓ, ਜਿਵੇਂ ਆਪਣੀ 2304 ਆਪਣੀ ਜਿਹੜੀ ਹੈਗੀ ਡਬਲ ਬੈਂਚ ਦੇ ਉੱਤੇ ਹਰਵਿੰਦਰ ਸਿੰਘ ਵਾਲੇ ਕੇਸ ਦੇ ਵਿੱਚ ਜਿਹੜੀ ਆਪਣੀਆਂ ਕੇਸ ਦੇ ਅੰਡਰ ਭਰਤੀ ਰੱਖ ਕੇ ਜਿਹੜੀ ਸਟੇ ਤੋੜੀ ਹੋਈ ਹੈਗੀ, ਵੀ ਆਉਣ ਵਾਲਾ ਜਿਹੜਾ ਸਮਾਂ ਗਾ ਜੇ ਇਸ ਦੇ ਉੱਤੇ ਕੋਈ ਇਫੈਕਟ ਪੈਂਦਾ ਗਾ ਤਾਂ ਜਿਹੜਾ ਗਾ ਉਹ ਪੂਰੀ ਭਰਤੀ ਦੇ ਉੱਤੇ ਲਾਗੂ ਹੋਊਗਾ, ਹੈ ਨਾ। ਮਤਲਬ ਕਿ ਰਿਟ ਪਟੀਸ਼ਨ ਕਹਿੰਦੇ ਸੀਗੇ ਵੀ ਜਿਹੜਾ ਇਸ ਦੇ ਉੱਤੇ ਲਾਗੂ ਕਰ ਦਿੱਤਾ ਜਾਵੇ।
ਪਰ ਜਿਹੜਾ ਆਪਣੇ ਕਪਿਲ ਕੱਕੜ ਜੀ ਵੱਲੋਂ ਉੱਥੇ ਮੌਕਾ ਸਾਂਭਿਆ ਗਿਆ, ਕਹਿੰਦੇ ਜੀ ਆਲਰੈਡੀ ਜਿਹੜਾ ਹਰਵਿੰਦਰ ਸਿੰਘ ਵਾਲੇ ਕੇਸ ਦੇ ਵਿੱਚ ਜਿਹੜੀ ਭਰਤੀ ਆ ਉਹ ਆਲਰੈਡੀ ਰਿਟ ਪਟੀਸ਼ਨ ਆ ਡੀਵੀ ਦੇ ਵਿੱਚ ਡਬਲ ਬੈਂਚ ਦੀ ਜੱਜਮੈਂਟ ਦੇ ਵਿੱਚ ਐਸਐਲਪੀ ਦੇ ਅਕੋਰਡਿੰਗ ਆ, ਤੇ ਆਪਾਂ ਇੱਥੇ ਨਹੀਂ ਕਰ ਸਕਦੇ। ਤੇ ਪਰ ਜਿਹੜਾ ਗਾ ਉੱਥੇ ਵੀ ਮਤਲਬ ਕਿ ਥਰਡ ਟਾਈਮ ਵੀ ਜਿਹੜਾ ਆਪਣੇ ਮਹਾਵੀਰ ਸਿੰਧੂ ਜੀ ਨੇ ਉਹਨਾਂ ਨੂੰ ਜਿਹੜਾ ਜਵਾਬ ਦੇ ਦਿੱਤਾ ਗਾ ਇਸ ਗੱਲ ਤੋਂ ਵੀ ਜਿਹੜਾ ਇਹ ਆ ਜਿਹੜਾ ਇਹ ਵੀ ਆਪਾਂ ਨਹੀਂ ਕਰ ਸਕਦੇ ਹੈਗੇ। ਕੁੱਲ ਮਿਲਾ ਕੇ ਜਿਹੜਾ ਸਾਥੀ ਕਹਿ ਰਹੇ ਸੀਗੇ ਵੀ ਅੰਦਰ ਜਾ ਕੇ ਸਟੇ ਦੀ ਮੰਗ ਨਹੀਂ ਕਰਨਗੇ ਇਹਨਾਂ ਦੇ ਐਡਵੋਕੇਟ, ਪਰ ਜਿਹੜਾ ਗਾ ਸਟੇ ਦੀ ਮੰਗ ਆ ਉਹ ਸਰਾਸਰ ਜਿਹੜੀ ਆ ਉਹ ਕੀਤੀ ਗਈ ਹੈਗੀ। ਬੜੀ ਮਾੜੀ ਗੱਲ ਆ, ਹੈ ਨਾ। ਚਲੋ ਕੋਈ ਗੱਲ ਨਹੀਂ, ਆਪਣੇ ਵੀ 3 ਐਡਵੋਕੇਟ ਅਸੀਂ ਰਾਤੋਂ ਰਾਤ ਖੜੇ ਕਰਤੇ ਸੀਗੇ। ਸਵੇਰੇ ਤੁਸੀਂ ਦੇਖਿਆ ਹੋਣਾ ਇੱਕ 158 ਨੰਬਰ ਤੇ ਸੀਐਮ ਫਾਈਲ ਲੱਗੀ ਹੋਈ ਸੀ ਜਿਹੜੀ ਅਲਾਓ ਹੋਈ ਆ, ਉਹ ਆਪਣੇ ਕਪਿਲ ਕੱਕੜ ਜੀ ਵਾਲੀ ਆ ਜਿਹੜੇ ਵਿੱਚੋਂ ਮੇਨ ਪਾਰਟੀ ਬਣੇ ਹੋਏ ਹੈਗੇ। ਸੋ ਜਿਹੜਾ ਗਾ ਜੋ ਵੀ ਮਨਸ਼ਾ ਸੀਗੀ ਉਹ ਪੂਰੀ ਨਹੀਂ ਹੋਈ ਹੈਗੀ, ਤੇ ਜਿਹੜੀ ਆ 25 ਜੁਲਾਈ ਆ ਉਹ ਡੇਟ ਪੈ ਚੁੱਕੀ ਆ ਆਪਣੇ ਕਾਬਿਲ ਵਕੀਲਾਂ ਦੇ ਕਰਕੇ। ਤੇ ਆਪਣੇ ਜਿਹੜੇ ਸਟੇਟ ਆਗੂ ਜਿਹੜੇ ਇਸ ਦੇ ਵਿੱਚ ਹੈਂਡਲ ਕਰ ਰਹੇ ਸੀਗੇ, ਜਰਨੈਲ ਨਾਗਰਾ ਜੀ, ਨਿਰਮਲ ਜੀਰਾ ਜੀ, ਰਾਜ ਸੁਖਵਿੰਦਰ ਜੀ, ਲਾਡੀ ਹੋਰੀ, ਤੇ ਹਨਾ ਵੀ ਜਿਹੜੇ ਵੀ ਸੀਗੇ ਵੀ ਕਾਫੀ ਹੱਦ ਤੱਕ ਆਪਾਂ ਸਕਸੈਸਫੁਲ ਹੋ ਚੁੱਕੇ ਹਾਂਗੇ ਵੀ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਸਟੇ ਆ ਨਹੀਂ ਹੋਇਆ। ਹੁਣ ਆ ਜਿਹੜਾ ਕੋਰਟ ਦੇ ਵਿੱਚ ਛੁੱਟੀਆਂ ਹੋ ਚੁੱਕੀਆਂ ਨੇ 3 ਤੋਂ ਲੈ ਕੇ 30 ਜੂਨ ਤੱਕ, ਤੇ ਹੁਣ ਆ ਜਿਹੜਾ ਕਿਸ ਤਰ੍ਹਾਂ ਦਾ ਕੇਸ ਆ ਜਿਹੜਾ ਬੜਾ ਔਖੇ ਢੰਗ ਦੇ ਨਾਲ ਫਾਈਲ ਹੋਣਾ, ਮਤਲਬ ਕਿ ਸਮਾਂ ਲੱਗੇਗਾ। ਪਹਿਲਾਂ ਵਾਲਾ ਕੰਮ ਨਹੀਂ ਹੈਗਾ ਵੀ ਅੱਜ ਫਾਈਲ ਕੀਤਾ ਤਾਂ ਦੂਸਰੇ ਦਿਨ ਤਰੀਕ ਮਿਲ ਜੂਗੀ। ਸੋ ਸਾਥੀਓ, ਤੁਹਾਨੂੰ ਰਿਕਵੈਸਟ ਸੀਗੀ ਵੀ ਜੇ ਹੋ ਸਕੇ ਤਾਂ ਜ਼ਰੂਰ ਜਰਨੈਲ ਸਿੰਘ ਜੀ ਵਾਲੇ ਅਕਾਊਂਟ ਦੇ ਵਿੱਚ ਫੰਡ ਜਿਹੜਾ ਗਾ ਪਾਇਓ, ਕਿਉਂਕਿ ਬੜਾ ਜ਼ਰੂਰੀ ਆ। ਕੇਸ EWS ਦੇ ਮੈਟਰ ਦੇ ਉੱਤੇ, ਮੇਨ ਕੇਸ EWS ਦੇ ਮੈਟਰ ਦੇ ਉੱਤੇ ਨਹੀਂ ਸੀਗਾ। ਪਹਿਲੀ ਗੱਲ ਤਾਂ ਇਹਨਾਂ ਨੇ 2364 ਵਾਲਾ ਹਵਾਲਾ ਦਿੱਤਾ ਸੀ ਵੀ ਇਹ ਵੀ ਜਿਹੜਾ ਉਹਦੇ ਵਾਂਗੂ ਰੱਦ ਹੋਵੇ, ਸਟਕ ਡਾਊਨ ਹੋਵੇ। ਤੇ ਦੂਸਰਾ ਜਿਹੜਾ ਇਹਨਾਂ ਨੇ ਕਿਹਾ ਸੀਗਾ ਵੀ ਡਬਲ ਰਜਿਸਟ੍ਰੇਸ਼ਨ ਆ ਜਿਹੜੀ ਉਹ ਰੱਦ ਹੋਣੀ ਚਾਹੀਦੀ ਆ। ਜੇ ਡਬਲ ਰਜਿਸਟ੍ਰੇਸ਼ਨ ਤੋਂ ਇਹਨਾਂ ਨੂੰ ਕੋਈ ਦੁੱਖ ਸੀ ਤਾਂ ਇਹ 5 ਅਗਸਤ ਨੂੰ ਜਿਹੜਾ ਨੋਟੀਫਿਕੇਸ਼ਨ ਆਇਆ ਸੀਗਾ, 16 ਤਰੀਕ ਨੂੰ ਅਕਤੂਬਰ ਨੂੰ ਪੇਪਰ ਵੀ ਹੋ ਗਿਆ, ਤੇ ਉਸ ਤੋਂ ਬਾਅਦ ਰਿਜ਼ਲਟ ਵੀ ਆ ਗਿਆ ਵੀ ਉਹਦੇ 'ਤੇ ਵੀ ਇਹ ਚੈਲੰਜ ਕਰ ਸਕਦੇ ਸੀ। ਪਰ ਸਾਰਾ ਪ੍ਰੋਸੈਸ ਜਿਹੜਾ ਪੂਰਾ ਹੋਣ ਤੋਂ ਬਾਅਦ ਹੀ ਕਿਉਂ ਚੈਲੰਜ ਕੀਤਾ ਗਿਆ, ਬੜੀ ਮਾੜੀ ਗੱਲ ਆ। ਤੇ ਉਸ ਤੋਂ ਬਾਅਦ ਇੱਕ ਗੱਲ ਹੋਰ ਕਹਿ ਰਹੇ ਸੀਗੇ ਵੀ ਇੱਕ 18-20 ਵਾਲਾ ਮੈਟਰ ਚੱਲ ਰਿਹਾ ਸੀਗਾ, ਜਿਹੜੇ ਸਾਥੀ ਕਹਿ ਰਹੇ ਸੀਗੇ ਵੀ ਇਹ ਕੈਂਡੀਡੇਟ ਸਾਡੇ ਨਾਲ ਗਏ DPI ਆਫਿਸ ਦੇ ਵਿੱਚ ਭਰਤੀ ਬੋਰਡ, ਤੇ ਕਈ ਸਾਥੀ ਕਹਿ ਰਹੇ ਸੀਗੇ ਵੀ 18-20 ਵਾਲੇ ਸਾਥੀ ਦਾ ਜਿਹੜਾ ਮੈਸੇਜ ਆਇਆ ਸੀ, ਬੜੇ ਕਾਫੀ ਮੈਸੇਜ ਵਾਇਰਲ ਹੋ ਰਹੇ ਨੇ। ਉਹ ਕਹਿੰਦੇ ਨੇ ਵੀ ਜਿਹੜੇ ਅਮਨਦੀਪ ਵਾਲਾ ਆਪਣਾ ਕੇਸ ਲਗਾਏ ਸੀ ਜਿਹੜੇ ਸਾਥੀਆਂ ਨੇ, ਵੀ ਉਹ ਉਹਨਾਂ ਨੂੰ ਮਿਲ ਕੇ ਜਿਹੜਾ ਡਿਪਾਰਟਮੈਂਟ ਜਾ ਕੇ ਆਇਆ ਰਿਕਰੂਟਮੈਂਟ ਸੈੱਲ, ਹੈ ਨਾ। ਉਹ ਭਾਈ ਪਹਿਲੀ ਗੱਲ ਤਾਂ ਅਸੀਂ ਰਿਕਰੂਟਮੈਂਟ ਸੈੱਲ ਅੱਜ ਗਏ ਹੀ ਨਹੀਂ ਹੈਗੇ, ਗਏ ਸੀਗੇ ਤਾਂ DPI ਆਫਿਸ ਗਏ ਸੀ। DPI ਮੈਡਮ ਨਾਲ ਸਾਂਝਾ ਮੋਰਚਾ, ਜਿਹੜੇ ਆਪਣੇ ਅਧਿਆਪਕ ਸਾਂਝਾ ਮੋਰਚਾ ਗਾ, ਤੇ ਉਹਨਾਂ ਦੀ ਵੀ ਮੀਟਿੰਗ ਸੀ, ਤੇ ਮਗਰ ਆਪਾਂ ਵੀ 5-7 ਮਿੰਟ ਲਏ ਸੀ ਮੈਡਮ ਦੇ ਭਰਤੀ ਪ੍ਰੋਸੈਸ ਨੂੰ ਲੈ ਕੇ। ਜਿਹੜਾ ਪ੍ਰੋਸੈਸ ਰਿਕਰੂਟਮੈਂਟ ਸੈੱਲ ਦੇ ਦੁਆਰਾ ਤਾਂ ਜਿਹੜਾ ਪਹਿਲੀ ਕਾਉਂਸਲਿੰਗ ਵਾਲਾ ਪ੍ਰੋਸੈਸ ਆ ਜਿਹੜਾ ਉਹ ਤਾਂ ਪੂਰਾ ਹੋ ਚੁੱਕਿਆ ਹੈਗਾ, ਪਰ ਜਿਹੜਾ ਗਾ ਹੁਣ ਜਿਹੜਾ ਮੈਟਰ ਆ ਇਹ DPI ਆਫਿਸ ਹੈਗਾ। DPI ਮੈਡਮ ਨੇ ਸਪਸ਼ਟ ਕਿਹਾ ਹੈਗਾ ਵੀ 10 ਦਿਨਾਂ ਦਾ ਪ੍ਰੋਸੈਸ ਆ ਜਿਹੜਾ ਉਹਨਾਂ ਵੱਲੋਂ, ਜਿਹੜਾ ਹਜੇ 10 ਦਿਨ ਲੱਗਣੇ ਹੈਗੇ। ਸੋ ਨਿਸ਼ਚਿੰਤ ਰਹੋ, ਤੇ ਜੇ ਲੋੜ ਪਈ ਆਪਾਂ ਧਰਨਾ ਵਗੈਰਾ ਲਾਵਾਂਗੇ। ਤੇ ਜਿਹੜਾ 18-20 ਵਾਲੇ ਮੈਟਰ ਦੇ ਉੱਤੇ ਕਹਿ ਰਹੇ ਸੀਗੇ ਵੀ ਸਾਡੇ ਨਾਲ ਸਾਥੀ ਗਏ, ਉਹ ਤਾਂ ਬਾਈ ਸਾਡੇ ਅੱਜ ਆਈ ਨਹੀਂ ਸੀ ਕੋਰਟ, ਤਾਂ ਨਾਲ ਕਿੱਥੋਂ ਵਗ ਜਾਣਗੇ। ਸੋ ਅਗਰ ਕੋਈ ਵੀ ਮੈਸੇਜ ਪਾਉਣਾ ਹੁੰਦਾ ਗਾ ਤਾਂ ਤਰਕ ਨਾਲ ਪਾਇਆ ਕਰੋ, ਤੇ ਸਾਡੇ ਨਾਲ ਗੱਲ ਜ਼ਰੂਰ ਕਰ ਲਿਆ ਕਰੋ। ਸੋ ਧੰਨਵਾਦ ਸਾਥੀਓ, ਤੇ ਇਸੇ ਤਰ੍ਹਾਂ ਇਕੱਠੇ ਰਹੋ ਤੇ ਸਾਥ ਦਿੰਦੇ ਰਹੋ। ਜਲਦੀ ਹੀ ਆਪਾਂ ਜਿਹੜੀ ਭਰਤੀ ਆ ਉਹ ਪੂਰੀ ਕਰਵਾਵਾਂਗੇ ਤੁਹਾਡੇ ਸਾਥ ਦੇ ਨਾਲ। ਹੁਣ ਤੱਕ ਕੋਈ ਸਟੇ ਨਹੀਂ ਆਉਣ ਦਿੱਤਾ ਹੈਗਾ, ਤੇ ਅੱਗੇ ਵੀ ਜਿਹੜਾ ਇਸ ਤਰ੍ਹਾਂ ਦਾ ਕੁਝ ਨਹੀਂ ਆਉਣ ਦੇਵਾਂਗੇ, ਤੇ 10 ਦਿਨਾਂ ਦੇ ਵਿੱਚ ਜਿਹੜੀ ਆਪਣੀ ਭਰਤੀ ਆ ਉਹ ਪੂਰੀ ਕਰਵਾ ਲਾਂਗੇ। ਧੰਨਵਾਦ ਸਾਥੀ।